ਸਤਿ ਸ਼੍ਰੀ ਅਕਾਲ ਬੇਟਾ। ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਕਰੋਨੇ ਦੀ ਬਿਮਾਰੀ ਤੋਂ ਆਪਣਾ ਬਚਾਅ ਰੱਖ ਰਹੇ ਹੋਵੋਗੇ, ਆਪਣੇ ਪਰਿਵਾਰ ਦਾ ਬਚਾਅ ਰੱਖ ਰਹੇ ਹੋਵੋਗੇ ਤੇ ਇਹਦਾ ਬਚਾਅ ਰੱਖੋ। ਅੱਜ BA ਫਸਟ ਈਅਰ ਦਾ ਆਪਾਂ ਇਕਾਂਗੀ ਦੇ ਭਾਗ ਵਿੱਚੋਂ ਮਨ ਦੀਆਂ ਮਨ ਵਿੱਚ ਇਕਾਂਗੀ ਪੜ੍ਹਾਂਗੇ। ਮਨ ਦੀਆਂ ਮਨ ਵਿੱਚ ਇਕਾਂਗੀ। ਡਾਕਟਰ ਹਰਚਰਨ ਸਿੰਘ ਜੀ ਦੁਆਰਾ ਇਹ ਲਿਖੀ ਗਈ ਹੈਗੀ। ਇਸ ਦੇ ਵਿੱਚ 6 ਮੁੱਖ ਪਾਤਰ ਨੇ। ਅੰਬੋ, ਕਰਮਾ, ਕਰਮੋ, ਸ਼ੇਰੂ, ਨੰਬਰਦਾਰ ਤੇ ਰਾਜਾ। ਇਹ ਕੁੱਲ 6 ਪਾਤਰ ਨੇ ਇਸ ਕਹਾਣੀ ਦੇ ਵਿੱਚ। ਇਸ ਕਹਾਣੀ ਦਾ ਵਿਸ਼ਾ ਪਿੰਡ ਦੇ ਵਾਤਾਵਰਨ ਨਾਲ ਰਿਲੇਟਡ ਹੈਗਾ ਗਾ। ਪਿੰਡ ਦੇ ਵਾਤਾਵਰਨ ਨਾਲ ਸੰਬੰਧਿਤ ਵਿਸ਼ਾ ਇਸ ਦਾ। ਤੇ ਵਿਸ਼ਾ ਵਸਤੂ ਜਿਹੜਾ ਇਹਦਾ ਹੈਗਾ ਮਨ ਦੀਆਂ ਮਨ ਵਿੱਚ। ਨਾਮ ਤੋਂ ਹੀ ਪਤਾ ਲੱਗਦਾ ਵੀ ਕੁਛ ਗੱਲਾਂ ਜਿਹੜੀਆਂ ਮਨ ਦੀਆਂ ਮਨ ਦੇ ਵਿੱਚ ਰਹਿ ਗਈਆਂ ਨੇਗੀਆਂ ਆ। ਤੇ ਇਸ ਦੇ ਵਿੱਚ ਜੋ ਮੇਨ ਵਿਸ਼ਾ ਲਿਆ ਗਿਆ ਹੈਗਾ ਡਾਕਟਰ ਸਿੰਘ ਦੁਆਰਾ, ਉਹ ਹੈਗਾ ਗਾ ਅਣਜੋੜੇ ਵਿਆਹ ਦਾ ਵਿਸ਼ਾ। ਜ਼ਿਆਦਾਤਰ ਆਪਣੇ ਸਮਾਜ ਵਿੱਚ ਅੱਜ ਵੀ ਤੇ ਪੁਰਾਣੇ ਸਮੇਂ ਵਿੱਚ ਵੀ ਅਣਜੋੜੇ ਵਿਆਹ ਜਿਹੜੇ ਹੁੰਦੇ ਸੀਗੇ, ਉਹਨਾਂ ਦੀ ਸਮੱਸਿਆ ਕਰਕੇ ਜੋ ਘਰਾਂ ਦੇ ਵਿੱਚ ਵਿਘਨ ਪੈਂਦਾ ਸੀਗਾ, ਸਮੱਸਿਆਵਾਂ ਆਉਂਦੀਆਂ ਸੀਗੀਆਂ, ਉਹਨਾਂ ਬਾਰੇ ਜਿਹੜਾ ਇਸ ਕਹਾਣੀ ਦੇ ਵਿੱਚ ਵਿਸਤਾਰ ਸਹਿਤ ਉਹਨਾਂ ਨੇ ਲਿਖਣ ਦੀ ਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈਗੀ। ਇਸ ਦੀ ਮੁੱਖ ਪਾਤਰ ਅੰਬੋ ਆ ਗਈ, ਜੋ ਕਿ ਇੱਕ 30 ਕੁ ਸਾਲ ਦੀ ਯੰਗ ਲੇਡੀ ਆ ਗਈ, ਜਿਸ ਦਾ ਵਿਆਹ ਉਸ ਦੇ ਮਾਪੇ ਉਸ ਦੀ ਪਸੰਦ ਤੋਂ ਬਿਨਾਂ, ਉਸ ਨੂੰ ਪੁੱਛੇ ਬਿਨਾਂ ਕਰਮੇ ਨਾਲ ਕਰ ਦਿੰਦੇ ਨੇਗੇ। ਕਰਮਾ ਜੋ ਕਿ ਇੱਕ ਸ਼ਰਾਬੀ ਕਬਾਬੀ ਨਸ਼ੇੜੀ ਕਿਸਮ ਦਾ ਵਿਅਕਤੀ ਸੀਗਾ, ਉਹ ਵਿਆਹ ਤੋਂ ਕੁਝ ਸਮੇਂ ਬਾਅਦ ਅੰਬੋ ਨੂੰ ਛੱਡ ਕੇ ਬਿਨਾਂ ਦੱਸੇ ਕਿਤੇ ਚਲਿਆ ਜਾਂਦਾ। 10-12 ਸਾਲ ਅੰਬੋ ਉਸ ਦੀ ਵੇਟ ਕਰਦੀ ਆ, ਪਰ ਕਰਮਾ ਵਾਪਸ ਨਹੀਂ ਆਉਂਦਾ। ਉਹ ਅੰਬੋ 10-12 ਸਾਲ ਲੋਕਾਂ ਦੇ ਘਰੇ ਪੀਣਾ ਕਰਕੇ, ਕੂੜਾ ਕਰਕਟ ਕਰਕੇ, ਗੋਹਾ ਕੂੜਾ ਕਰਕੇ ਜਿਹੜਾ ਆਪਣਾ ਟਾਈਮ ਸੀ ਉਹ ਗੁਜ਼ਾਰਾ ਪਾਸ ਕਰਦੀ ਸੀਗੀ। ਅਤੇ ਉਸ ਤੋਂ ਬਾਅਦ ਇੱਕ ਦਿਨ ਕੀ ਹੋਇਆ, ਉਸ ਅੰਬੋ ਦਾ ਜਿਹੜਾ ਸਾਹਮਣਾ ਸ਼ੇਰੂ ਨਾਲ ਹੋਇਆ, ਸ਼ੇਰੂ ਨਾਲ ਉਸ ਨੂੰ ਪਿਆਰ ਹੋ ਗਿਆ ਅਤੇ ਸ਼ੇਰੂ ਨੂੰ ਅੰਬੋ ਨਾਲ ਪਿਆਰ ਹੋਇਆ, ਜਿਸ ਦੇ ਨਾਲ ਅੰਬੋ ਅਤੇ ਸ਼ੇਰੂ ਆਪਸ ਦੇ ਵਿੱਚ ਵਿਆਹ ਕਰਵਾਉਣ ਲਈ ਰਾਜੀ ਹੋ ਗਏ। ਕਿਉਂਕਿ ਅੰਬੋ ਪਹਿਲਾਂ ਆਪਣੇ ਪਹਿਲੇ ਵਿਆਹ ਤੋਂ ਦੁਖੀ ਸੀ, ਉਹ ਆਪਣੇ ਮਾਪਿਆਂ ਤੋਂ ਦੁਖੀ ਸੀ, ਕਿਉਂਕਿ ਮਾਪਿਆਂ ਨੇ ਬਿਨਾਂ ਪੁੱਛੇ ਉਹਦਾ ਇਹ ਦੀ ਥਾਂ 'ਤੇ ਵਿਆਹ ਕਰ ਦਿੱਤਾ ਗਿਆ ਸੀ, ਜੋ ਇੱਕ ਨਸ਼ੇੜੀ ਸੀਗਾ, ਕਿਸੇ ਕੰਮ ਦਾ ਨਹੀਂ ਸੀਗਾ, ਅਤੇ ਬਿਨਾਂ ਦੱਸੇ ਉਸ ਨੂੰ ਛੱਡ ਕੇ ਕਿਤੇ ਚਲਿਆ ਗਿਆ ਸੀ। ਪਿਛਲੇ 12-14 ਸਾਲਾਂ ਤੋਂ ਉਹ ਜੋ ਗੁਜ਼ਾਰਾ ਕਰ ਰਹੀ ਸੀ, ਕਿਸੇ ਦੇ ਘਰੇ ਪੀਣਾ ਕਰਦੀ, ਕਿਸੇ ਦੇ ਘਰੇ ਉਹ ਗੋਹਾ ਕੂੜਾ ਕਰਕੇ ਟਾਈਮ ਆਪਣਾ ਪਾਸ ਕਰਦੀ ਸੀਗੀ। ਅਤੇ ਸ਼ੇਰੂ ਨਾਲ ਜਦੋਂ ਉਹ ਵਿਆਹ ਕਰਨ ਦੀ ਰਾਜੀ ਹੋਈ ਤਾਂ ਉਸ ਨੂੰ ਪਿੰਡ ਦੀ ਪੰਚਾਇਤ ਨੇ ਵੀ ਸਹਿਮਤੀ ਦਿੱਤੀ ਵੀ ਸ਼ੇਰੂ ਨੂੰ ਕਿਹਾ ਗਿਆ ਵੀ ਤੂੰ ਅੰਬੋ ਦੇ ਉੱਪਰ ਚਾਦਰ ਪਾ ਕੇ ਇਸ ਨਾਲ ਵਿਆਹ ਕਰ ਸਕਦਾ ਗਾ। ਪਰ ਕਿਉਂਕਿ ਆਪਣੇ ਸਮਾਜ ਦੇ ਵਿੱਚ ਇੱਕ ਇਹ ਸਮੱਸਿਆ ਹੈਗੀ ਕਿ ਇੱਕ ਪਤੀ ਦੇ ਜਿਉਂਦੇ ਹੋਏ ਜੇ ਪਤੀ ਜਿਉਂਦਾ ਗਾ ਤਾਂ ਪਤਨੀ ਦੂਜਾ ਵਿਆਹ ਨਹੀਂ ਕਰ ਸਕਦੀ। ਹੁਣ ਅੰਬੋ ਦੀ ਪੋਜੀਸ਼ਨ ਇਹ ਸੀ ਵੀ ਉਸਦੇ ਪਤੀ ਬਾਰੇ, ਜੋ ਪਹਿਲਾ ਪਤੀ ਸੀ ਕਰਮਾ, ਉਸ ਨੂੰ 12 ਸਾਲ ਹੋ ਗਏ ਸੀਗੇ ਘਰ ਛੱਡ ਕੇ ਗਏ ਨੂੰ। ਉਸ ਦਾ ਕੋਈ ਇਹ ਨਹੀਂ ਪਤਾ ਸੀ ਵੀ ਉਹ ਜਿਉਂਦਾ ਗਾ ਜਾਂ ਮਰ ਚੁੱਕਿਆ ਗਾ, ਜਿਸ ਕਰਕੇ ਉਹ ਸ਼ਸ਼ੋਪੰਜ ਦੇ ਵਿੱਚ ਸੀ, ਉਹ ਦੁਬਿਧਾ ਦੇ ਵਿੱਚ ਸੀ ਵੀ ਕੀ ਕੀਤਾ ਜਾਵੇ। ਪਰ ਅੰਤ ਉਸਨੇ ਫੈਸਲਾ ਲਿਆ ਵੀ ਉਹ
अपनी जिंदगी इस तरह नहीं गुजारेगी, वो शेरू नाल विआह करके जिहड़ी अपनी अगली जिंदगी का गुजारा करेगी। तो अंबो भी शेरू नाल विआह कराउण लई राजी हो जाती है। पंचायत दे विचों नंबरदार ते राजा जो उन्हां दी सहायता करते हैं, तो विआह की जो कार्रवाई पूरी चादर पाउण की कार्रवाई जो हुंदी हैगी उसनूं पूर्ण चाढ़न वास्ते उन्हां दी नाल सहायता करते नेगे। जदों अंबो ते शेरू के विआह का दिन आउंदा गा तां उसदे पहली विआह दे जो नणद सी करमो, अंबो दी नणद करमो सी, उसनूं इस चीज़ का पता चल जाता कि उसकी भाभी उस बिना दसे विआह करवा रही है दूजा। तां वो की करदी आ, अपने बच्चों लैके अंबो दे लवे अंबो दे घर आ जाती है। अंबो नूं विआह करन तो रोकदी आ भी तू विआह ना करवा। तो अंबो का कहना हुंदा करमो नूं कि तू उदों कित्थे सी जदों तेरा भाई बिना दसे घर छड्ड के चला गया सीगा, शराब पींदा सी, नशा करदा सीगा, ते हुण पिछले 12 सालों तो उसका कोई पता नहीं वो जिउंदा जां मर चुक्या गा। ते मैं जदों लोकां दे घरे काम करके गुजारा करदी सी, गरीबी कट्टी सी, उस समय तू कित्थे सी? जे अज मेरे हिस्से विच खुशियां आउण लगियां ने, विआह करवा के मैनूं खुशियां प्राप्त हो रही ने, ते तैनूं इस दे विच की प्रॉब्लम है? इस करके वो अंबो आ जिहड़ी अपनी ननाण करमो की गल वल कोई ध्यान नहीं दिंदी, पर करमो उस उपर काफ़ी गुस्से हुंदी आ। इन्ने नूं शेरू जो है उसनूं अंबो नूं लैण वास्ते आ जांदा गा। अंबो तैयार होई बैठी हुंदी आ ते अंबो नूं देख के वो बहुत खुश हुंदा गा, भी कहंदा भी मैं पहली बार देखिया भी तू इन्नी ज़्यादा खुश है। अंबो का जवाब सी कि हाँ भी मैं पहला विआह करवा के अज तक नरक ही भोगिया, नरक भी यह जा कि दस्सिया नहीं जा सकता, इन्ना ज़्यादा दुख भोगिया सी। ते पति का पता नहीं कित्थे है पिछले 12 सालों तो, ते हुण मैनूं खुशियां ही खुशियां जो अगे आने वाले समय दे विच मिलणगियां मैं ये आस करदी हाँ। वो शेरू नूं कहंदी आ। शेरू भी उसनूं कहंदा भी हाँ भी आने वाले समय च तैनूं मैं खुशियां नाल तेरी झोली भर दांगा, तैनूं गहणे गट्टे सूट झांजरां आदि होर बनवा के दवांगा। ते राजा इन्ने नूं राजा आउंदा ते उन्हां नूं कहंदा भी पंचायत तुहाडी जिहड़ा इंतजार कर रही है भी जो चादर पाउण दी रस्म अदा करनी है, उस लई सारी पंचायत बैठी तुहाडा इंतजार कर रही है। तुसीं चलो ते चादर पाउण दी जो कार्रवाई आ उसनूं पूर्ण चाड़ो, विआह की रस्म वो पूरी करो। तो हजे राजा ते नंबरदार उत्थे खड़े इस चीज़ का जिक्र ही कर रहे सी, ते एक काफ़ी पाटे पुराने कपड़े दे विच बीमारी का खाधा होया एक व्यक्ति गेट खोल के उस घर दे विच हाज़र हुंदा। जदों उसदी हाज़र होण ते अंबो दे नाल बाकी सारे परिवार करमो दा जां जिन्ने मैंबर उत्थे खड़े सीगे पंचायत का ध्यान उस वल जांदा, तां पता चलदा कि जो पिछले 12 साल पहला घर छड्ड के चला गया सीगा अंबो का पहला पति करमा, ओहो सीगा। करमा वापस पिछले 12 साल बाद वापस आ गया, तो उसने पाटे पुराने कपड़े सी ते आके वो दसदा कि उसकी जो दारू पीण नाल, शराब पीण नाल, नशा करन नाल उसनूं दमे की बीमारी हो गई, तो जिस करके वो घर वापस आ गया। जेकर वो बीमार ना हुंदा वो हजे भी घरे वापस नहीं आना सी। ते इस चीज़ नूं देख के जदों करमा घरे आ जांदा तां अंबो ते शेरू दे जो अरमान सी वो अरमान सारे मिट्टी दे विच मिल जांदे ने, क्योंकि अपने समाज दे विच जिहड़ा है एक पत्नी उदों तक दूजा विआह नहीं कर सकती जदों तक उसदा पहला पति जिउंदा गा। ते अंबो का पति जिउंदा जागदा करमा वापस 15-12 साल बाद वापस आ जांदा घर, ते जिस करके उस दियां जो सदरां सियां खुशियां सियां अंबो दियां वो सारियां धरियां दियां धरियां रह जांदियां ने। ते फिर वो जो खुशियां मानना चाहुंदी सीगी, खुशियां दे सुपने देखे सी, वो सारे सुपने की होंदे ने
ਚੂਕਣਾ-ਚੂਰ ਹੋ ਜਾਂਦੇ ਨੇ, ਟੁੱਟ ਜਾਂਦੇ ਨੇਗੇ ਤੇ ਜਿਸ ਕਰਕੇ ਉਸ ਦੀਆਂ ਸੱਧਰਾਂ ਹੁੰਦੀਆਂ ਨੇ ਮਨ ਦੀਆਂ ਮਨ ਵਿੱਚ ਰਹਿ ਜਾਂਦੀਆਂ ਨੇਗੀਆਂ। ਇਹ ਇਸ ਕਹਾਣੀ ਦਾ ਬੱਚੇ ਸਾਰ ਸੀਗਾ ਵੀ ਕਿ ਆਪਣੇ ਸਮਾਜ ਦੇ ਵਿੱਚ ਅਣਜੋੜੇ ਵਿਆਹ ਜੋ ਕਿ ਮਾਪੇ ਆਪਣੀ ਧੀ ਨੂੰ ਪੁੱਛੇ ਬਿਨਾਂ ਕਰ ਦਿੰਦੇ ਨੇਗੇ, ਨਾ ਸਿਰਫ ਜਾਂ ਕਿਸੇ ਲਾਲਚ ਪੱਖੋਂ ਜ਼ਮੀਨ ਜਾਇਦਾਦ ਦੇਖ ਕੇ ਕਰ ਦਿੰਦੇ ਨੇਗੇ, ਉਸ ਦੇ ਕਾਰਨ ਉਸ ਦੀ ਧੀ ਨੂੰ ਆਉਣ ਵਾਲੇ ਸਮੇਂ 'ਚ ਕਿਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ, ਉਹਨਾਂ ਦਾ ਜ਼ਿਕਰ ਇਸ ਇਕਾਂਗੀ ਦੇ ਵਿੱਚ ਕੀਤਾ ਗਿਆ ਹੈਗਾ। ਅਤੇ ਇਸ ਦੇ ਵਿੱਚ ਜੋ ਵਾਤਾਵਰਨ ਦਿਖਾਇਆ ਗਿਆ ਉਹ ਇੱਕ ਪੇਂਡੂ ਵਾਤਾਵਰਨ ਦਿਖਾਇਆ ਗਿਆ, ਇੱਕ ਪਿੰਡ ਦਾ ਸੱਭਿਆਚਾਰ ਦਿਖਾਇਆ ਗਿਆ। ਜਿੰਨੇ ਪਾਤਰ ਨੇ ਸਾਰੇ ਇਹ ਪਿੰਡ ਦੇ ਹੀ ਨੇ, ਅੰਬੋ, ਕਰਮਾ, ਕਰਮੋ, ਸ਼ੇਰੂ, ਨੰਬਰਦਾਰ ਅਤੇ ਰਾਜਾ। ਪੰਚਾਇਤ ਪਿੰਡ ਦੇ ਵਿੱਚ ਹੁੰਦੀ ਆ। ਇਹ ਚੀਜ਼ਾਂ ਸਭ ਜਿਹੜੇ ਹੈਗਾ ਵਾਤਾਵਰਨ ਇੱਕ ਜੋ ਹੈਗਾ ਪਿੰਡ ਦਾ ਦਿਖਾਇਆ ਗਿਆ ਹੈਗਾ। ਇਸ ਦੀ ਭਾਸ਼ਾ ਸਰਲ ਪੰਜਾਬੀ ਹੈਗੀ ਅਤੇ ਇਸ ਦੇ ਵਿੱਚ ਜੋ ਪਾਤਰ ਨੇ ਸਾਰੇ ਉਹ ਸਾਰੇ ਇੱਕ ਪਿੰਡ ਦੇ ਅਨਪੜ੍ਹ ਲਾ ਲਓ, ਚਾਹੇ ਆਪਾਂ ਕਹਿ ਸਕਦੇ ਵੀ ਉਹ ਸਾਰੇ ਪਿੰਡ ਸਮਾਜ ਨਾਲ, ਪੇਂਡੂ ਸੱਭਿਆਚਾਰ ਨਾਲ ਸੰਬੰਧਿਤ ਪਾਤਰ ਸਨ। ਅਤੇ ਅੰਤ ਦੇ ਵਿੱਚ ਇਹੀ ਕਹਾਂਗੇ ਵੀ ਜਿਹੜੀ ਇਸ ਕਹਾਣੀ ਦਾ ਵਿਸ਼ਾ ਨਾਮ ਸੀਗਾ ਮਨ ਦੀਆਂ ਮਨ ਵਿੱਚ, ਉਹ ਇਸ ਇਕਾਂਗੀ ਦੇ ਇਸ ਵਿਸ਼ੇ ਵਸਤੂ ਦੇ ਅਨੁਸਾਰ ਆਪਣੇ ਨਾਮ ਦੇ ਉੱਪਰ ਪੂਰਾ ਉਤਰਦੀ ਆ, ਕਿਉਂਕਿ ਉਹਨਾਂ ਦਾ ਅੰਬੋ ਅਤੇ ਸ਼ੇਰੂ ਦਾ ਵਿਆਹ ਨਹੀਂ ਹੋ ਸਕਦਾ। ਅੰਬੋ ਦੀਆਂ ਅਤੇ ਸ਼ੇਰੂ ਦੀਆਂ ਜੋ ਖੁਸ਼ੀਆਂ ਸੀਆਂ, ਸੱਧਰਾਂ ਸੀਆਂ, ਉਹ ਦੋਨਾਂ ਦੀਆਂ ਮਨ ਵਿੱਚ ਰਹਿ ਜਾਂਦੀਆਂ ਨੇ। ਅੰਬੋ ਰੋਂਦੀ ਹੋਈ ਅੰਦਰ ਚਲੀ ਜਾਂਦੀ ਆ ਅਤੇ ਸ਼ੇਰੂ ਆਪਣਾ ਜੋ ਤਿਆਰ ਹੋਇਆ ਹੁੰਦਾ ਵਿਆਹ ਕਰਵਾਉਣ ਵਾਸਤੇ, ਉਹ ਆਪਣੇ ਉਸਦੇ ਕਰਮੇ ਦੇ ਘਰੋਂ ਬਾਹਰ ਚਲਿਆ ਜਾਂਦਾ ਅਤੇ ਨਾਲ ਹੀ ਰਾਜਾ ਅਤੇ ਨੰਬਰਦਾਰ ਵੀ ਉਹ ਘਰ ਛੱਡ ਕੇ ਚਲੇ ਜਾਂਦੇ ਨੇ ਅਤੇ ਉਹਨਾਂ ਦਾ ਜੋ ਵਿਆਹ ਅੰਬੋ ਅਤੇ ਸ਼ੇਰੂ ਦਾ ਵਿਆਹ ਉੱਥੇ ਹੀ ਰੁਕ ਜਾਂਦਾ। ਇਹ ਇਸ ਕਹਾਣੀ ਦਾ ਅੰਤ ਹੈ ਬੱਚੇ। ਧੰਨਵਾਦ।